ਡੀਅਰ ਸਟੂਡੈਂਟ, ਲਾਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਇਨਰਸ਼ੀਆ ਬਾਰੇ ਆਪਾਂ ਸਟੱਡੀ ਕਰ ਰਹੇ ਸੀ ਕਿ ਇਨਰਸ਼ੀਆ ਇਜ਼ ਦਾ ਇਨਐਬਿਲਿਟੀ ਆਫ ਐਵਰੀ ਬਾਡੀ ਟੂ ਚੇਂਜ ਇਟਸ ਸਟੇਟ of rest into motion or motion into rest or direction of motion by itself। कोई भी बॉडी अपने आप अपनी स्टेट जिहड़ी है रेस्ट तो मोशन नहीं आ सकती, मोशन तो वो रेस्ट विच नहीं आ सकती ते अपनी जिहड़ी है डायरैक्शन अपने आप जिहड़ी है वो चेंज नहीं कर सकती। ਇਹਦੇ ਬਾਰੇ ਅਸੀਂ ਜਿਹੜਾ ਹੈ ਕੱਲ ਡਿਟੇਲ ਦੇ ਵਿੱਚ ਸਟੱਡੀ ਕੀਤਾ, ਜਿਹਦੇ ਵਿੱਚ ਅਸੀਂ ਇਨਰਸ਼ੀਆ ਆਫ ਰੈਸਟ ਉਹਦੇ ਬਾਰੇ ਵੀ ਐਗਜ਼ਾਮਪਲਸ ਨੂੰ ਸਟੱਡੀ ਕੀਤਾ, ਇਨਰਸ਼ੀਆ ਆਫ ਮੋਸ਼ਨ ਦੀਆਂ ਵੀ ਜਿਹੜੀਆਂ ਕੁਝ ਐਗਜ਼ਾਮਪਲ ਸੀਗੀਆਂ ਉਹਨਾਂ ਨੂੰ ਅਸੀਂ ਜਿਹੜਾ ਹੈ ਸਟੱਡੀ ਕੀਤਾ ਸੀ। ਨਾਓ the third one is the inertia of direction। ਅੱਜ ਪਹਿਲਾਂ ਅਸੀਂ ਜਿਹੜਾ ਹੈ ਇਨਰਸ਼ੀਆ ਆਫ ਡਾਇਰੈਕਸ਼ਨ ਬਾਰੇ ਆਪਾਂ ਸਮਝਦੇ ਹਾਂ। ਉਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਮੇਨ ਟੌਪਿਕ ਜਿਹੜਾ ਹੋਏਗਾ ਸਾਡਾ that is the linear momentum। ਇਹਦੇ ਬਾਰੇ ਜਿਹੜਾ ਹੈ ਮੇਨ ਅਸੀਂ ਅੱਜ ਇਹਦੇ ਬਾਰੇ ਆਪਾਂ ਡਿਸਕਸ ਕਰਨਾ। ਨਾਓ ਬੋਡੀ ਜਿਹੜੀ ਹੈ ਆਪਣੇ ਆਪ ਆਪਣੀ ਡਾਇਰੈਕਸ਼ਨ ਆਫ ਮੋਸ਼ਨ ਜਿਹੜੀ ਹੈ ਨਹੀਂ ਚੇਂਜ ਕਰ ਸਕਦੀ। ਇਟ ਇਜ਼ ਅਕੋਰਡਿੰਗ ਟੂ the inertia of direction। अपने आप अपनी डायरेक्शन चेंज नहीं करेगी। आओ इस ਨੂੰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਕਿ ਅਸੀਂ ਬੱਸ ਦੇ ਰਾਹੀਂ ਸਫ਼ਰ ਕਰ ਰਹੇ ਹਾਂ ਕਿ ਜਦੋਂ ਅਸੀਂ ਦੇਖਿਆ ਕਿ ਪਹਾੜੀ ਇਲਾਕੇ ਵਿੱਚ ਹਿੱਲੀ ਏਰੀਆਜ਼ ਦੇ ਵਿੱਚ ਕਈ ਵਾਰੀ ਸਾਡੇ ਕੋਲ ਇੱਕਦਮ ਸ਼ਾਰਪ ਟਰਨ ਆਉਂਦੇ ਆ। ਜਦੋਂ ਅਸੀਂ ਇੱਕਦਮ ਜਿਹੜੀ ਬੱਸ ਮੁੜਦੀ ਹੈ ਤੇ ਉਦੋਂ ਕੀ ਹੁੰਦਾ ਹੈ, ਪੈਸੰਜਰ ਫਾਲਸ ਅਵੇ ਫਰੋਮ ਦੀ ਸੈਂਟਰ। ਜਦੋਂ ਬੱਸ ਇੱਕਦਮ ਜਦੋਂ ਆਪਣਾ ਟਰਨ ਲੈਂਦੀ ਹੈ ਤੁਸੀਂ ਦੇਖਿਆ ਹੋਵੇਗਾ ਤੁਸੀਂ ਸੀਟ ਪਕੜਦੇ ਤੇ ਇੱਕਦਮ ਤੁਸੀਂ ਸਾਈਡ ਤੇ ਡਿੱਗਦੇ ਜੇ। ਇਟ ਇਜ਼ ਡਿਊ ਟੂ ਦੀ ਇਨਰਸ਼ੀਆ ਆਫ ਡਾਇਰੈਕਸ਼ਨ। ਇਹ ਇਨਰਸ਼ੀਆ ਆਫ ਡਾਇਰੈਕਸ਼ਨ ਕਰਕੇ ਹੈ ਕਿਉਂਕਿ ਪਹਿਲਾਂ ਅਸੀਂ ਬਿਲਕੁਲ ਸਿੱਧੇ ਜਾ ਰਹੇ ਸੀ, ਸਾਡੀ ਬਾਡੀ ਜਿਹੜੀ ਹੈ ਲੋਅਰ ਪਾਰਟ ਤੇ ਅਪਰ ਪਾਰਟ ਜਿਹੜਾ ਹੈ ਸਿੱਧਾ ਜਾ ਰਿਹਾ ਸੀ। ਜਦੋਂ ਬੱਸ ਨੇ ਇੱਕਦਮ ਜਦੋਂ ਟਰਨ ਲਈ ਲੋਅਰ ਪਾਰਟ ਸੀਟ ਦੇ ਨਾਲ ਅਟੈਚ ਹੋਣ ਕਰਕੇ ਉਹਦੇ ਨਾਲ ਮੁੜਿਆ, ਪਰ ਜਿਹੜਾ ਅਪਰ ਪਾਰਟ ਸੀ ਸਾਡਾ ਉਹਦੀ ਟੈਂਡੈਂਸੀ ਕੀ ਹੈ, ਇਟ ਵਿਲ ਟਰਾਈ ਟੂ ਫੋਲੋ ਦਾ ਸਟ੍ਰੇਟ ਪਾਥ। ਉਹ ਸਿੱਧਾ ਜਾਣਾ ਚਾਹੁੰਦਾ ਹੈ ਤੇ ਜਦੋਂ ਥੱਲੇ ਵਾਲਾ ਪਾਰਟ ਮੁੜ ਜਾਂਦਾ ਹੈ ਤੇ ਸਾਨੂੰ ਲੱਗਦਾ ਜਿਸ ਅਸੀਂ ਇੱਕਦਮ ਸਾਈਡ ਤੇ ਜਾ ਕੇ ਜਿਹੜਾ ਆਪਾਂ ਉਹ ਗਿਰਦੇ ਹਾਂ। ਇਟ ਇਜ਼ ਡਿਊ ਟੂ ਦੀ ਇਨਰਸ਼ੀਆ ਆਫ ਡਾਇਰੈਕਸ਼ਨ। ਨਾਓ the next topic is linear momentum। linear momentum ਜਿਹੜਾ ਹੈ ਇਹਦੀ ਤੇ ਪਹਿਲਾਂ ਇੱਕ ਸਿੰਪਲ ਡੈਫੀਨੇਸ਼ਨ ਪਹਿਲਾਂ ਆਪਣੇ ਮਾਈਂਡ 'ਚ ਰੱਖਣੀ ਹੈ। the quantity of motion contained in any body। ਇਹਦੀ ਜਿਹੜੀ ਮੇਨ ਡੈਫੀਨੇਸ਼ਨ ਹੈ ਪਹਿਲਾਂ ਤੁਸੀਂ ਯਾਦ ਰੱਖਣੀ ਹੈ, the quantity of motion contained in any body is called, ਇਸ ਨੂੰ ਅਸੀਂ ਬੋਲਦੇ ਹਾਂ linear momentum। ਕਿਸੇ ਵੀ ਬੋਡੀ ਦੇ ਵਿੱਚ ਮੋਸ਼ਨ ਦੀ ਮਾਤਰਾ that is called linear momentum। ਆਓ ਇਸ ਨੂੰ ਜਿਹੜਾ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਜਿਹੜਾ ਆਪਾਂ ਸਮਝਦੇ ਹਾਂ। ਮੰਨ ਲਓ ਕਿ ਸਾਡੇ ਕੋਲ ਇੱਕ ਗਲਾਸ ਪੇਨ ਹੈਗਾ, ਮਤਲਬ ਇੱਕ ਗਲਾਸ ਹੈ, ਇੱਕ ਸ਼ੀਸ਼ਾ ਹੈ, ਆਪਾਂ ਉਹਨੂੰ ਥੱਲੇ ਰੱਖਿਆ। ਇਹਦੇ ਉੱਪਰ ਅਸੀਂ ਕੀ ਕਰਦੇ ਹਾਂ, ਇੱਕ ਸਮਾਲ ਪੀਸ ਆਫ ਸਟੋਨ, ਮੰਨ ਲਓ ਇਹ ਗਲਾਸ ਦਾ ਜਿਹੜਾ ਸਾਡਾ ਉਹ ਪੇਨ ਹੈ, ਇਹਦੇ ਉੱਪਰ ਅਸੀਂ ਇੱਕ ਗਲਾਸ ਆਪਣਾ ਸਮਾਲ ਪੀਸ ਆਫ ਸਟੋਨ ਕਿਸੇ ਹਾਈਟ ਤੋਂ ਜਿਹੜਾ ਆਪਾਂ ਸੁੱਟਦੇ ਹਾਂ। ਤੁਸੀਂ ਦੇਖੋਗੇ ਕਿ ਛੋਟਾ ਜਿਹਾ ਪੱਥਰ ਜਦੋਂ ਉੱਤੇ ਸ਼ੀਸ਼ੇ ਦੇ ਉੱਪਰ ਸੁੱਟੋਗੇ ਤੇ ਉਹ ਸ਼ੀਸ਼ਾ ਜਿਹੜਾ ਹੈ ਦੇਖੋਗੇ ਨਹੀਂ ਟੁੱਟੇਗਾ, ਪਰ ਜੇ ਉਸੇ ਹੀ ਹਾਈਟ ਤੋਂ, ਹਾਈਟ ਨਹੀਂ ਚੇਂਜ ਕੀਤੀ, ਜੇ ਉਸੇ ਹੀ ਹਾਈਟ ਤੋਂ ਮੈਂ ਇੱਕ ਬਿਗ ਵੱਡਾ ਪੱਥਰ ਜਿਹੜਾ ਸੁੱਟਦਾ ਹੈ ਤੇ ਉਹ ਜਿਹੜਾ ਸ਼ੀਸ਼ਾ ਜਿਹੜਾ ਹੈ ਮੇਰਾ ਉਹ ਟੁੱਟ ਜਾਂਦਾ।
ਇਹਦਾ ਮਤਲਬ ਕੀ ਹੋਇਆ? ਪਹਿਲਾ ਪੱਥਰ ਜਿਹੜਾ ਸੀ ਸਮੌਲ ਸੀ, ਉਹਦਾ ਮਾਸ ਘੱਟ ਸੀਗਾ, ਤੇ ਦੂਸਰਾ ਜਿਹੜਾ ਸਟੋਨ ਜਿਹਨੂੰ ਮੈਂ ਕਿਹਾ ਬਿਗ ਸਟੋਨ, ਉਹਦਾ ਜਿਹੜਾ ਮਾਸ ਜਿਹੜਾ ਹੈ ਉਹ ਜ਼ਿਆਦਾ ਹੋਏਗਾ। ਕਿਹੜੇ ਪੱਥਰ ਨੇ ਤੋੜਿਆ ਸ਼ੀਸ਼ਾ? ਜਿਹਦਾ ਮਾਸ ਜਿਹੜਾ ਹੈ ਉਹ ਜ਼ਿਆਦਾ ਹੈ। ਨਾਓ ਸੇਮ ਹਾਈਟ ਤੋਂ ਅਸੀਂ ਪੱਥਰ ਸੁੱਟਿਆ ਸੀ, ਦੋਨੋਂ ਸਟੋਨ ਦੀ ਵੈਲੋਸਿਟੀ ਸੇਮ ਹੋਏਗੀ। ਦੋਨੋਂ ਜਿਹੜੇ ਸਾਡੇ ਪੱਥਰ ਨੇ ਉਹਨਾਂ ਦੀ ਜਿਹੜੀ ਹੈ ਵੈਲੋਸਿਟੀ ਬਿਲਕੁਲ ਸੇਮ ਹੋਏਗੀ ਅਕੋਰਡਿੰਗ ਟੂ ਫਾਰਮੂਲਾ v square minus u square equal to 2gh। ਇਹ ਅਸੀਂ ਫਾਰਮੂਲਾ ਪੜਿਆ, v square minus u square is equal to, ਅਸੀਂ ਵੈਸੇ ਇੱਥੇ ਲਿਖਦੇ ਹਾਂ 2as। ਤੇ ਜਦੋਂ ਅਸੀਂ ਹਾਈਟ ਦੀ ਗੱਲ ਕਰ ਰਹੇ ਹਾਂ ਤੇ ਸਾਡੀ ਜਿਹੜੀ ਡਿਸਪਲੇਸਮੈਂਟ ਹੋਏਗੀ ਉਹਦੀ ਜਗ੍ਹਾ ਤੇ h ਆ ਜਾਏਗਾ। ਤੇ ਜਦੋਂ ਅਸੀਂ ਇਸ ਤਰ੍ਹਾਂ ਫਾਲ ਕਰਾਂਗੇ ਵਰਟੀਕਲ, ਤੇ ਉਦੋਂ ਸਾਡੀ ਜਿਹੜੀ ਐਕਸਲਰੇਸ਼ਨ ਹੈ it will be equal to acceleration due to gravity। ਤੇ ਸਾਡਾ ਫਾਰਮੂਲਾ ਕੀ ਬਣ ਜਾਏਗਾ? v square minus u square is equal to 2gh। ਇਹਨਾਂ ਦੋਨਾਂ ਦੇ ਵਿੱਚ ਕੀ ਹੈਗਾ? u0 ਇਨੀਸ਼ੀਅਲ ਵੈਲੋਸਿਟੀ ਸਾਡੀ ਜਿਹੜੀ ਹੈ 0 ਹੈ। ਅਸੀਂ ਪੱਥਰ ਨੂੰ ਜਦੋਂ ਸੁੱਟਿਆ, ਪਹਿਲਾ ਪੱਥਰ ਸਾਡਾ ਜਿਹੜਾ ਸੀਗਾ ਰੈਸਟ ਵਿੱਚ ਸੀਗਾ, ਤੇ u ਸਾਡਾ 0 ਤੇ ਸਾਡੇ ਕੋਲ ਆ ਗਿਆ 2gh। ਕਹਿਣ ਦਾ ਮਤਲਬ ਕਿ ਸਾਡੇ ਕੋਲ v ਦੀ ਜਿਹੜੀ ਵੈਲਿਊ ਹੈ 2gh ਅੰਡਰ ਰੂਟ ਆ ਜਾਏਗੀ। ਦਿਸ ਇਜ਼ ਦਾ ਵੈਲੋਸਿਟੀ ਗੇਨਡ ਬਾय ਦਾ ਸਟੋਨ। ਇਸ ਵੈਲੋਸਿਟੀ ਵਿੱਚ ਨੋਟ ਕਰੋ ਕਿਤੇ ਵੀ ਸਾਡੇ ਕੋਲ ਮਾਸ ਨਹੀਂ ਆਇਆ। ਇਹਦਾ ਮਤਲਬ ਪੱਥਰ ਭਾਵੇਂ ਛੋਟਾ ਸੀ ਤੇ ਪੱਥਰ ਭਾਵੇਂ ਵੱਡਾ ਹੈ, ਮਾਸ ਵੈਲੋਸਿਟੀ ਜਿਹੜੀ ਹੈ ਉਹ ਮਾਸ ਤੇ ਡਿਪੈਂਡ ਨਹੀਂ ਕਰਦੀ। ਇਹਦਾ ਮਤਲਬ ਛੋਟਾ ਪੱਥਰ ਵੀ ਆਪਾਂ ਉਸੇ ਹਾਈਟ ਤੋਂ ਸੁੱਟਿਆ, ਜਿਹੜਾ ਬਿਗ ਸਟੋਨ ਸੀ ਉਹਨੂੰ ਵੀ ਉਸੇ ਹਾਈਟ ਤੋਂ ਸੁੱਟਿਆ, ਤੇ ਦੋਨਾਂ ਦੀ ਵੈਲੋਸਿਟੀ ਸੇਮ ਸੀਗੀ। ਪਰ ਤੋੜਿਆ ਕਿੰਨੇ ਸ਼ੀਸ਼ੇ ਨੂੰ? ਜਿਹੜਾ ਪੱਥਰ ਜਿਹੜਾ ਸਾਡਾ ਵੱਡਾ ਹੈ। ਇਹਦਾ ਮਤਲਬ ਜਿਹੜੀ ਮੋਸ਼ਨ ਹੈ ਬੋਡੀ ਅੰਦਰ, ਜਿਹੜੀ ਮੋਸ਼ਨ ਹੈ ਉਹ ਮਾਸ ਦੇ ਉੱਪਰ ਡਿਪੈਂਡ ਕਰਦੀ ਹੈ। ਇਹਦਾ ਮਤਲਬ ਪਹਿਲਾ ਫੈਕਟਰ ਸਾਡੇ ਕੋਲ ਆ ਗਿਆ ਕਿ ਜਿਹੜੀ ਮੋਸ਼ਨ ਹੈ, ਕੁਆਂਟੀਟੀ ਆਫ ਮੋਸ਼ਨ ਡਿਪੈਂਡ ਅਪਨ ਦੀ ਮਾਸ। ਜਿੰਨਾ ਮਾਸ ਜ਼ਿਆਦਾ ਹੋਏਗਾ ਓਨੀ ਅੰਦਰ ਜਿਹੜੀ ਹੈ ਮੋਸ਼ਨ ਦੀ ਮਾਤਰਾ ਜਿਹੜੀ ਹੈ ਉਹ ਸਾਡੀ ਜਿਹੜੀ ਉਹ ਜ਼ਿਆਦਾ ਹੋਏਗੀ। ਨਾਓ ਜੇ ਅਸੀਂ ਇੱਕ ਦੂਸਰੀ ਐਗਜ਼ਾਮਪਲ ਇੱਕ ਹੋਰ ਲੈਂਦੇ ਆ, ਮੰਨ ਲਓ ਸਾਡੇ ਕੋਲ ਇੱਕ ਬੁਲਟ ਹੈ। ਜਦੋਂ ਬੁਲਟ ਨੂੰ ਅਸੀਂ ਫਾਇਰ ਕਰਦੇ ਆ ਵਿਦ ਦਾ ਹੈਲਪ ਆਫ ਗਨ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ ਤੇ ਉਹਨੂੰ ਰੋਕਣਾ ਬਹੁਤ ਔਖਾ ਹੋਏਗਾ। ਪਰ ਜੇ ਬੁਲਟ ਨੂੰ ਅਸੀਂ ਆਪਣੇ ਹੱਥ ਦੇ ਨਾਲ ਸੁੱਟਦੇ ਆ ਤੇ ਇੰਨੀ ਜ਼ਿਆਦਾ ਉਹਦੀ ਸਪੀਡ ਆਪਾਂ ਪ੍ਰੋਵਾਈਡ ਨਹੀਂ ਕਰ ਸਕਦੇ, ਤੇ ਉਹਨੂੰ ਅਸੀਂ ਈਜ਼ੀਲੀ ਜਿਹੜਾ ਹੈ ਰੋਕ ਸਕਦੇ ਆ। ਇਟ ਮੀਨਸ ਬੁਲਟ ਤੇ ਸੇਮ ਹੀ ਹੈ। ਇਹਦਾ ਮਤਲਬ ਬੁਲਟ ਦਾ ਮਾਸ ਸੇਮ ਹੋ ਗਿਆ, ਪਰ ਜਦੋਂ ਫਾਇਰ ਕੀਤੀ ਉਦੋਂ ਵੈਲੋਸਿਟੀ ਜ਼ਿਆਦਾ ਸੀ, ਉਹਨੂੰ ਰੋਕਣਾ ਮੁਸ਼ਕਲ ਚ ਹੋ ਰਿਹਾ। ਇਹਦਾ ਮਤਲਬ ਜਿਹੜੀ ਕੁਆਂਟੀਟੀ ਆਫ ਮੋਸ਼ਨ ਹੈ it also depends upon the velocity of the body। quantity of motion ਸਾਡੀ ਜਿਹੜੀ ਹੈ ਉਹ velocity ਦੇ ਉੱਪਰ ਵੀ ਸਾਡੀ ਡਿਪੈਂਡ ਕਰਦੀ ਹੈ। it means ਜਿਹੜਾ ਸਾਡਾ momentum ਹੈ, quantity of motion, it depends upon two factors। momentum ਜਿਹੜਾ ਹੈ ਇਹ ਸਾਡੇ ਕੋਲ ਡਿਪੈਂਡ ਕਰਦਾ ਹੈ ਦੋ ਫੈਕਟਰ ਦੇ ਉੱਪਰ। ਇੱਕ ਤੇ ਡਿਪੈਂਡ ਕਰਦਾ ਹੈ ਮਾਸ, ਤੇ ਦੂਸਰਾ ਡਿਪੈਂਡ ਕਰਦਾ ਹੈ ਸਾਡੇ ਕੋਲ ਉਹਦੀ ਬਾਡੀ ਦੀ ਵੈਲੋਸਿਟੀ। ਤੇ ਜਦੋਂ ਅਸੀਂ ਦੋਨਾਂ ਨੂੰ ਮਲਟੀਪਲਾਈ ਕਰ ਦਾਂਗੇ ਤੇ ਸਾਡੇ ਕੋਲ ਜਿਹੜਾ ਹੈ ਲੀਨੀਅਰ ਮੋਮੈਂਟਮ ਦਾ ਜਿਹੜਾ ਸਾਡਾ ਫਾਰਮੂਲਾ ਬਣ ਜਾਂਦਾ ਹੈ। ਇਹਦਾ ਫਾਰਮੂਲਾ ਕੀ ਹੈ? ਇਟ ਇਜ਼ ਗਿਵਨ ਬਾय the product of mass and velocity। ਮਾਸ ਤੇ ਵੈਲੋਸਿਟੀ ਨੂੰ ਜਦੋਂ ਅਸੀਂ ਮਲਟੀਪਲਾਈ ਕਰ ਦਿੰਦੇ ਆ ਤੇ ਸਾਡੇ ਕੋਲ ਆਉਂਦਾ ਹੈ ਲੀਨੀਅਰ ਮੋਮੈਂਟਮ। ਇਹਦੀਆਂ ਦੋ ਡੈਫੀਨੇਸ਼ਨਸ ਨੇ। ਇੱਕ ਤੇ ਹੈਗਾ ਕੁਆਂਟੀਟੀ ਆਫ ਮੋਸ਼ਨ ਕੰਟੇਨਡ ਇਨ ਐਨੀ ਬਾਡੀ। ਜੇ ਆਪਾਂ ਫਾਰਮੂਲੇ ਦੇ ਅਕੋਰਡਿੰਗ ਚੱਲਣਾ ਹੈ ਤੇ ਸਾਨੂੰ ਦੱਸਿਆ ਹੈ ਕਿ ਮੋਮੈਂਟਮ ਕਿਹੜੇ ਦੋ ਫੈਕਟਰ ਤੇ ਡਿਪੈਂਡ ਕਰਦਾ ਹੈ, ਇੱਕ ਮਾਸ ਤੇ ਇੱਕ ਡਿਪੈਂਡ ਕਰਦਾ ਉਹਦੀ ਵੈਲੋਸਿਟੀ ਦੇ ਉੱਤੇ। It means momentum is given by the product of
ਮਾਸ ਐਂਡ ਵੈਲੋਸਿਟੀ ਇਹ ਆਪਸ ਵਿੱਚ ਡਾਇਰੈਕਟਲੀ ਨੇ। ਜਿੰਨਾ ਮਾਸ ਜ਼ਿਆਦਾ ਓਨਾ ਉਹਦਾ ਮੋਮੈਂਟਮ ਜ਼ਿਆਦਾ, ਜਿੰਨੀ ਵੈਲੋਸਿਟੀ ਜ਼ਿਆਦਾ ਓਨੀ ਉਹਦਾ ਜਿਹੜਾ ਮੋਮੈਂਟਮ ਹੈ ਉਹ ਵੀ ਸਾਡਾ ਕੀ ਹੋਏਗਾ, ਜ਼ਿਆਦਾ ਹੋਏਗਾ। ਨਾਓ ਸਟੂਡੈਂਟ ਕੈਨ ਯੂ ਗਿਵ ਮੀ ਵਨ ਆਨਸਰ। ਜੇਕਰ ਇੱਕ ਟਰੱਕ ਆ ਰਿਹਾ ਸਾਡੇ ਵੱਲ, ਕੀ ਤੁਸੀਂ ਉਹਨੂੰ ਰੋਕ ਸਕਦੇ ਹੋ? ਨਹੀਂ ਰੋਕ ਸਕਦੇ, ਕਾਰਨ ਟਰੱਕ ਦਾ ਮਾਸ ਬਹੁਤ ਜ਼ਿਆਦਾ ਹੈ। ਜੇ ਟਰੱਕ ਦਾ ਮਾਸ ਜ਼ਿਆਦਾ ਹੈ ਇਹਦਾ ਮਤਲਬ ਕੀ ਹੋਇਆ, ਉਹਦੇ ਅੰਦਰ ਜਿਹੜਾ ਮੋਮੈਂਟਮ ਜਿਹੜਾ ਹੈ, ਕੁਆਂਟੀਟੀ ਆਫ ਮੋਸ਼ਨ ਜ਼ਿਆਦਾ ਹੋਏਗੀ, ਆਪਾਂ ਉਹਨੂੰ ਈਜ਼ੀਲੀ ਨਹੀਂ ਰੋਕ ਸਕਦੇ। ਨਾਓ momentum is denoted by P। P ਦਾ ਮਤਲਬ ਅੱਜ ਤੋਂ ਜਿਹੜਾ ਹੋਏਗਾ ਸਾਡਾ ਲੀਨੀਅਰ ਮੋਮੈਂਟਮ। ਪੂਰਾ ਜਿਹੜਾ ਨਾਮ ਹੈ ਉਹਨੂੰ ਅਸੀਂ ਬੋਲਦੇ ਹਾਂ ਲੀਨੀਅਰ ਮੋਮੈਂਟਮ। ਅਸੀਂ ਸਿੰਪਲ ਜਿਹੜਾ ਹੈ ਕਈ ਵਾਰੀ ਵਰਡ ਮੋਮੈਂਟਮ ਬੋਲ ਦਿੰਦੇ ਆ। ਮੋਮੈਂਟਮ P is given by mass multiply by velocity। ਮਾਸ ਨੂੰ ਵੈਲੋਸਿਟੀ ਨਾਲ ਅਸੀਂ ਮਲਟੀਪਲਾਈ ਕਰ ਦਾਂਗੇ ਤੇ ਸਾਡੇ ਕੋਲ ਜਿਹੜਾ ਹੈ ਮੋਮੈਂਟਮ ਦਾ ਜਿਹੜਾ ਸਾਡੇ ਕੋਲ ਫਾਰਮੂਲਾ ਆ ਜਾਏਗਾ। ਨਾਓ here velocity is a vector physical quantity। ਇਹਦੀ ਆਪਣੀ ਡਾਇਰੈਕਸ਼ਨ ਹੈ ਤੇ ਜੇ velocity ਵੈਕਟਰ ਹੈ ਤੇ ਸਾਡਾ ਜਿਹੜਾ ਹੈ ਮੋਮੈਂਟਮ ਵੀ ਸਾਡਾ ਵੈਕਟਰ ਕੁਆਂਟੀਟੀ ਹੋਏਗਾ। ਇਨ ਵੈਕਟਰ ਫਾਰਮ ਜੇ ਅਸੀਂ ਇਹਨੂੰ ਵੈਕਟਰ ਫਾਰਮ ਦੇ ਵਿੱਚ ਲਿਖਣਾ ਹੈ ਤੇ ਸਾਡੇ ਕੋਲ ਕੀ ਆਏਗਾ, P ਦੇ ਉੱਤੇ ਅਸੀਂ ਵੈਕਟਰ ਪਾਵਾਂਗੇ। momentum, linear momentum is a vector physical quantity। It is given by mv vector। मास ऊपर कभी भी वेक्टर नहीं पाना because mass is a scalar physical quantity। ਇਹ ਸਾਡਾ ਜਿਹੜਾ ਫਾਰਮੂਲਾ ਹੋ ਗਿਆ ਵੈਕਟਰ ਫਾਰਮ ਦੇ ਵਿੱਚ ਮੋਮੈਂਟਮ ਦਾ ਫਾਰਮੂਲਾ P is equal to mv। ਜੇ ਅਸੀਂ ਇਹਦਾ SI ਯੂਨਿਟ ਲਿਖੀਏ ਤੇ ਸਾਨੂੰ ਪਤਾ ਹੀ ਹੈ ਕਿ ਇਹਦਾ SI ਯੂਨਿਟ ਕੀ ਬਣੇਗਾ, ਮਾਸ ਦਾ ਜਿਹੜਾ ਹੈ ਯੂਨਿਟ SI ਯੂਨਿਟ ਜਿਹੜਾ ਕਿੰਨਾ ਹੋਏਗਾ, ਇਹਦਾ ਮਾਸ ਸਾਡਾ ਹੋ ਗਿਆ ਕਿਲੋਗ੍ਰਾਮ ਤੇ ਵੈਲੋਸਿਟੀ ਸਾਡੀ ਹੋ ਗਈ ਮੀਟਰ ਪਰ ਸੈਕਿੰਡ। ਦਿਸ ਇਜ਼ ਦਾ SI ਯੂਨਿਟ ਆਫ ਮੋਮੈਂਟਮ। ਮੋਮੈਂਟਮ ਦਾ SI ਯੂਨਿਟ ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਤੇ ਜੇ ਅਸੀਂ CGS ਯੂਨਿਟ ਪੁੱਛਦੇ ਹਾਂ, CGS ਦਾ ਮਤਲਬ ਗ੍ਰਾਮ ਸੈਂਟੀਮੀਟਰ ਗ੍ਰਾਮ ਸੈਕਿੰਡ ਤੇ ਜਿਹੜਾ SI ਇਹਦਾ CGS ਯੂਨਿਟ ਕੀ ਆਏਗਾ, ਮਾਸ ਆ ਜਾਏਗਾ ਸਾਡਾ ਗ੍ਰਾਮ ਚ ਤੇ ਵੈਲੋਸਿਟੀ ਆ ਜਾਏਗੀ ਸੈਂਟੀਮੀਟਰ ਪਰ ਸੈਕਿੰਡ। ਸਾਡੇ ਕੋਲ ਆ ਜਾਏਗਾ ਗ੍ਰਾਮ ਸੈਂਟੀਮੀਟਰ ਪਰ ਸੈਕਿੰਡ। ਇਟ ਇਜ਼ ਦਾ ਯੂਨਿਟ CGS ਯੂਨਿਟ ਆਫ ਦਾ ਲੀਨੀਅਰ ਮੋਮੈਂਟਮ। ਨਾਓ ਇੱਕ ਵਾਰ ਅਸੀਂ ਫਿਰ ਰਿਵਾਈਜ਼ ਕਰ ਲਈਏ, ਮੋਮੈਂਟਮ ਕਿਹੜੇ ਦੋ ਫੈਕਟਰ ਤੇ ਡਿਪੈਂਡ ਕਰਦਾ ਹੈ। ਮੋਮੈਂਟਮ ਡਿਪੈਂਡ ਕਰਦਾ ਜੇ ਮਾਸ ਦੇ ਉੱਤੇ ਤੇ ਵੈਲੋਸਿਟੀ ਦੇ ਉੱਪਰ ਡਿਪੈਂਡ ਕਰਦਾ। ਨਾਓ ਇਹਨਾਂ ਦੋਨਾਂ ਫੈਕਟਰਸ ਨੂੰ ਅਸੀਂ ਅੱਗੇ ਫਰਦਰ ਵਧਾਈਏ, ਕੁਝ ਗ੍ਰਾਫਸ ਬਾਰੇ ਆਪਾਂ ਜਿਹੜਾ ਆਓ ਇਹਦੀ ਆਪਾਂ ਜਿਹੜੇ ਆਪਾਂ ਸਟੱਡੀ ਕਰਦੇ ਹਾਂ। ਨਾਓ ਇਹਦਾ ਜਿਹੜਾ ਹੈ ਡਾਈਮੈਂਸ਼ਨ ਵੀ ਲਿਖਣੀ ਹੋਵੇ, ਤੁਹਾਨੂੰ ਪਤਾ ਹੈ m1 l1 t-1 ਇਟ ਇਜ਼ ਦਾ ਡਾਈਮੈਂਸ਼ਨਲ ਫਾਰਮੂਲਾ ਫॉर ਮੋਮੈਂਟਮ। ਇਹ ਆਲਰੇਡੀ ਤੁਸੀਂ ਸਾਰੇ ਆਪਾਂ ਡਿਸਕਸ ਕੀਤਾ ਹੋਇਆ। ਨਾਓ ਸਪੋਜ਼ ਕੇਸ ਨੰਬਰ 1, ਮੰਨ ਲਓ ਸਾਡੇ ਕੋਲ ਦੋ ਬੋਡੀਜ਼ ਨੇ, ਦੋਨਾਂ ਦਾ ਮਾਸ ਸੇਮ ਹੈ। two bodies having same mass are moving with different velocity। ਸਾਡੇ ਕੋਲ two bodies ਨੇ, ਦੋਨਾਂ ਦਾ ਮਾਸ ਸੇਮ ਤੇ ਵੈਲੋਸਿਟੀ ਦੋਨਾਂ ਦੀ ਜਿਹੜੀ ਹੈ ਉਹ ਡਿਫਰੈਂਟ ਹੈ। ਕਹਿਣ ਦਾ ਭਾਵ ਮੰਨ ਲਓ ਵੀ ਇੱਕ ਸਾਡੇ ਕੋਲ ਬੋਡੀ A ਹੈ, ਦੂਸਰੇ ਪਾਸੇ ਸਾਡੇ ਕੋਲ ਮੰਨ ਲਓ ਵੀ ਇੱਕ ਬੋਡੀ ਦਾ ਨਾਮ ਕਰ ਦਿੱਤਾ ਹੈ ਸਾਡੇ ਕੋਲ B। ਦੋ ਬੋਡੀਜ਼, ਦੋਨੋਂ ਬੋਡੀਜ਼ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਮਾਸ ਜਿਹੜਾ ਹੈ ਸਪੋਜ਼ ਇਕੁਅਲ ਹੈ। ਪਹਿਲੀ ਦਾ ਜਿਹੜਾ ਮਾਸ ਹੈ ਇਟ ਇਜ਼ ਇਕੁਅਲ ਟੂ m, ਦੂਸਰੀ ਬੋਡੀ ਜਿਹੜੀ ਹੈ ਉਹਦਾ ਮਾਸ ਵੀ ਸਾਡੇ ਕੋਲ ਜਿਹੜਾ ਹੈ ਇਟ ਇਜ਼ ਆਲਸੋ ਇਕੁਅਲ ਟੂ m। ਦੋਨੋਂ ਦਾ ਮਾਸ ਸੇਮ। ਪਹਿਲੀ ਬੋਡੀ ਦੀ ਜਿਹੜੀ ਵੈਲੋਸਿਟੀ ਹੈ ਸਪੋਜ਼ ਇਟ ਇਜ਼ v1,
दूसरी बॉडी दी जड़ी वेलोसिटी है इट इज इक्वल टू v2। दोनों बॉडीज डिफरेंट वेलोसिटीज दे नाल डिफरेंट स्पीड दे नाल जड़ियां वो मूव कर रही है। नाउ फर्स्ट बॉडी दा जेड़ा मोमेंटम होएगा, पहली बॉडी दा मोमेंटम ओदी जगह ते असीं पाता pa। पहली बॉडी का नाम ए है, ओदा मोमेंटम जेड़ा होएगा pa। ते मोमेंटम दा फार्मूला बेटा की सीगा, सानू पता है मोमेंटम दा फार्मूला मास नू वेलोसिटी दे नाल असीं मल्टीप्लाई करांगे। इत्थे की आएगा mv1। पहली बॉडी की वेलोसिटी आपां 1 में मन्नी है, ਇਹਦਾ मतलब पहली दा मोमेंटम आ गया mv1, मास mv1। दूजी बॉडी दा जेड़ा साडे कोल जेड़ा मोमेंटम आएगा ਉਹਦਾ ਨਾਮ ਰੱਖ ਦਿੱਤਾ ਅਸੀਂ pb ਐਂਡ ਇਟ ਇਜ਼ ਇਕੁਅਲ ਟੂ mv2। ਉਹਦਾ ਮੋਮੈਂਟਮ ਸਾਡੇ ਕੋਲ ਕਿੰਨਾ ਆ ਗਿਆ mv2 ਉਹਦੀ ਵੈਲੋਸਿਟੀ ਦੇ ਅਕੋਰਡਿੰਗ। ਨਾਓ ਅਸੀਂ ਕੀ ਕਰਦੇ ਆ pa ਨੂੰ pb ਦੇ ਨਾਲ ਅਸੀਂ ਡਿਵਾਈਡ ਕਰਤਾ, ਦੋਨੋਂ ਦੇ ਮੋਮੈਂਟਮ ਨੂੰ ਅਸੀਂ ਕੰਪੇਅਰ ਕਰਨ ਲੱਗੇ ਆ, ਦੋਨਾਂ ਨੂੰ ਅਸੀਂ ਡਿਵਾਈਡ ਕਰਤਾ। ਤੇ pa ਦੀ ਵੈਲਿਊ ਕਿੰਨੀ ਹੈ mv1 डिवाइडेड बाय साढ़े को आ गई mv2, डिवाइड करता m ना m कैंसल, वी गेट v1 ओवर v2। pa ओवर pb इज इक्वल टू v1 ओवर v2। इट मींस मोमेंटम is directly proportional to the velocity if the mass are equal। ਇਹਦਾ ਮਤਲਬ ਜੇਕਰ ਦੋ ਬॉडीज ਦੇ ਜਿਹੜੇ ਮਾਸਿਸ ਸੇਮ ਨੇ ਤੇ ਜਿਹੜਾ ਮੋਮੈਂਟਮ ਜਿਹੜਾ ਹੋਏਗਾ, ਦੇਖੋ ਪਹਿਲੀ ਬॉडी ਦਾ ਮੋਮੈਂਟਮ pa, ਉਹਦੀ ਵੈਲੋਸਿਟੀ ਸੀਗੀ v1, ਇਹਦਾ ਮਤਲਬ pa ਦੇ ਬਿਲਕੁਲ ਸਾਹਮਣੇ v1 ਆਇਆ। ਇਹਦਾ ਮਤਲਬ ਦਿਸ ਇੰਪਲਾਈ ਕਿ ਜਿਹੜਾ ਮੋਮੈਂਟਮ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੈਲੋਸਿਟੀ ਇਫ जेकर साडे कोल मास जेड़ा है वो मान लो भी कांस्टेंट है, मान लो मास जेड़े दोनों दे जेड़े ने इक्वल ने। जे मास इक्वल होन ते मोमेंटम जेड़ा है वेलोसिटी दे बिल्कुल डायरेक्टली प्रोपोर्शनल आएगा। कहने दा मतलब मान लो सपोज v1 is greater than v2। मान लो भी पहली दी वेलोसिटी दूजे नालों ज्यादा है। जे v1 ग्रेटर देन v2 है, इनू इहदे नीचे लै जाओ, v1 ओवर v2 ग्रेटर देन कितना आ जाएगा साडे कोल 1। जो v2 नीचे चला जाएगा v1 ओवर v2 ग्रेटर देन 1। ते जे v1 ओवर v2 ग्रेटर देन 1 है ते v1 ओवर v2 की दे इक्वल है p1 ओवर pb। ਇਹਦਾ मतलब pa ओवर pb इज ग्रेटर देन 1। ਇਹ दोनों आपस में इक्वल है। जी आ ग्रेटर देन 1 है, ਇਹਦਾ मतलब pa ओवर pb is greater than 1। it means pa will be greater than pb। a ਦਾ मोमेंटम ਜਿਹੜਾ ਹੈ ਉਹ b ਨਾਲੋਂ ਜਿਹੜਾ ਹੈ ਉਹ ਜ਼ਿਆਦਾ ਹੋਏਗਾ। ਜਿਹਦੀ ਵੈਲੋਸਿਟੀ ਜ਼ਿਆਦਾ ਹੋਏਗੀ ਉਹਦਾ मोमेंटम ਜਿਹੜਾ ਹੈ ਉਹ ਜ਼ਿਆਦਾ ਆਏਗਾ। दोनों बॉडीज ਦੇ मास सेम ਸੀਗੇ। फिर क्वेश्चन है कि मोमेंटम किहदा ज्यादा होएगा। जे मास सेम ने ते मोमेंटम जेड़ा है फिर वेलोसिटी ते डिपेंड करेगा। जिहदी वेलोसिटी ज्यादा होएगी ओदा जेड़ा है मोमेंटम तुहाडा वो ज्यादा आएगा। कहने दा मतलब मोमेंटम डिपेंड करेगा उस टाइम दे उत्ते वेलोसिटी दे ऊपर, डायरेक्टली प्रोपोर्शनल टू द वेलोसिटी। नाउ इफ वी प्लॉट द ग्राफ, जे असी ग्राफ प्लॉट करिए किदे किदे विच मोमेंटम दे विच ते वेलोसिटी दे विच असी ग्राफ प्लॉट करदे हां, ਇਹ ਆਪਸ ਵਿੱਚ ਆਏ ਨੇ ਡਾਇਰੈਕਟਲੀ ਪ੍ਰੋਪੋਰਸ਼ਨਲ। ਤੇ ਇਹਦਾ ਮਤਲਬ ਗ੍ਰਾਫ ਵਿਲ ਬੀ ਅ ਸਟ੍ਰੇਟ ਲਾਈਨ, ਬਿਲਕੁਲ ਸਟ੍ਰੇਟ ਲਾਈਨ ਰਹੇਗਾ। ਪਰ ਉਹ ਤਾਂ ਆ ਜੇਕਰ ਸਾਡੇ ਕੋਲ ਜਿਹੜਾ ਮਾਸ ਜਿਹੜਾ ਹੈ ਉਹ ਸਾਡਾ ਕਾਂਸਟੈਂਟ ਹੋਵੇ, ਦੋਨਾਂ ਵਾਸਤੇ ਜਿਹੜਾ ਮਾਸ ਜਿਹੜਾ ਉਹ ਫਿਕਸ ਹੈਗਾ। then graph will be a straight line. What is the shape of graph between momentum and velocity? It will be a straight line passing through region. The which body have greater momentum if mass are equal? The body which have greater velocity. जिहदी velocity ज़्यादा है
ਉਹਦਾ ਮੋਮੈਂਟਮ ਤੁਹਾਡਾ ਜਿਹੜਾ ਹੋਏਗਾ ਉਹ ਜ਼ਿਆਦਾ ਹੋਏਗਾ। ਨਾਓ ਇਸ ਤੋਂ ਬਾਅਦ ਅਸੀਂ ਦੂਸਰਾ ਕੇਸ ਕਰਦੇ ਹਾਂ, ਕੇਸ ਨੰਬਰ 2। मान लो भाई एक बॉडी 1 एक बॉडी 2 है, दोनों पासे 1 ਤੇ 2 ਪਾ ਲੈਣੇ ਕਿਉਂਕਿ ਵੈਲੋਸਿਟੀ ਆਪਾਂ 1 ਤੇ 2 ਲਿਖੀ। ਬॉडी 1 ਤੇ ਬॉडी ਸਾਡੇ ਕੋਲ ਜਿਹੜੀ ਹੈ ਉਹ 2। ਦੋਨੋਂ ਬॉडीज ਦੇ ਮਾਸ ਡਿਫਰੈਂਟ ਨੇ। ਮੰਨ ਲਓ ਪਹਿਲੀ ਬॉडी ਦਾ ਜਿਹੜਾ ਮਾਸ ਹੈ m1, ਦੂਸਰੀ ਬॉडी ਦਾ ਮਾਸ ਸਾਡੇ ਕੋਲ ਹੈਗਾ m2। पहली बॉडी का मास m1, दूसरी बॉडी का मास m2। पहली बॉडी की वेलोसिटी v ते दूसरी बॉडी की वेलोसिटी vv। उल्ट करता मास जेडे ने वो डिफरेंट ने बट वेलोसिटी सेम है। जिस तरह मान लो भी तुहाडे वाल एक ट्रक ते एक जिहड़ी है वो आ रही है कार, दोनों का मास च फर्क है। ट्रक का मास ज्यादा है भार ते जिहड़ी कार है ओदा घट है, पर उन्हां दोनों की मान लो स्पीड सेम है। दो चीज़ां तुहाडे वाल आ रही ने, एक ट्रक ते एक कार। ट्रक का मास ज्यादा है कार दे नालों, सपोज बोथ आर मूविंग विद सेम वेलोसिटी, देन एदा मोमेंटम कितना होएगा? मोमेंटम पहले दा कितना आएगा साडे कोल मास इंटू वेलोसिटी m1 इंटू साडे कोल आ जाएगा v, ते दूजे पासे साडे कोल मोमेंटम कितना आएगा दूजी बॉडी का मास ਇਹਦਾ m2 ਤੇ ਵੈਲੋਸਿਟੀ ਆ ਗਈ ਸਾਡੇ ਕੋਲ ਕਿੰਨੀ v। ਹੁਣ ਦੋਨਾਂ ਦੇ ਮੋਮੈਂਟਮ ਨੂੰ ਮੈਂ ਅਗੇਨ ਡਿਵਾਈਡ ਕਰ ਦਿੰਦਾ ਹੈ। ਸਾਡੇ ਕੋਲ ਆ ਗਿਆ m1v ਓਵਰ m2v, ਵੈਲੋਸਿਟੀ ਵਿੱਚੋਂ ਕੀ ਹੋ ਜਾਏਗੀ ਹੁਣ ਕੈਨਸਲ, then we will get m1 ਓਵਰ m2। ਫਿਰ ਦੇਖੋ ਉੱਪਰ 1 ਹੈ, ਇਧਰ ਵੀ ਸਾਡੇ ਕੋਲ 1 ਆਇਆ, ਕਹਿਣ ਦਾ ਮਤਲਬ ਮੋਮੈਂਟਮ मास दे डायरेक्टली थले 2 है, थले भी 2, कहने का मतलब 1 दे सामने 1, 2 दे सामने 2, कहने का मतलब मोमेंटम जेड़ा है इट इज डायरेक्टली प्रोपोर्शनल टू मास। जेकर दो बॉडीज दा जिहड़ी दो बॉडीज दी वेलोसिटी सेम है, स्पीड सेम है, फिर मोमेंटम जेड़ा है उन्हां दे मास ते डिपेंड करेगा। जिहदा मास ज्यादा होएगा उस बॉडी दी जिहड़ी है मोमेंटम जेड़ा है लीनियर मोमेंटम वो ज्यादा होएगा। इट मीन्स ग्रेटर द मास greater will be the momentum if velocities are equal. Now if we plot the graph between again linear momentum, but here is now the mass directly proportional ਦਾ ਮਤਲਬ ਹੈ it will be a straight line, but ਸਾਡੀ ਇੱਥੇ velocity ਜਿਹੜੀ ਹੈ constant ਹੋਣੀ ਚਾਹੀਦੀ ਹੈ। ਜੇ ਦੋਨਾਂ ਦੀ velocity fix ਹੈ, equal ਹੈ, then momentum ਜਿਹੜਾ ਹੋਏਗਾ ਉਹ mass ਤੇ ਬਿਲਕੁਲ ਜਿਹੜਾ ਹੋਏਗਾ ਸਾਡੇ ਕੋਲ directly ਸਾਡੇ ਕੋਲ ਆਏਗਾ proportional to each other. Now the third case, ਇਸ ਤੋਂ ਬਾਅਦ ਸਾਡੇ ਕੋਲ ਜਿਹੜਾ third case ਹੈ, ਮੰਨ ਲਓ दो बॉडीज का मोमेंटम जिहड़ा है इक्वल है। सपोज पहली बॉडी का मास m1, एदी जिहड़ी वेलोसिटी है v1, एदा जिहड़ा मोमेंटम है इट इज लीनियर, जिहड़ा मोमेंटम है मान लो इट इज p1। पहली बॉडी का मास m1, वेलोसिटी v1, मोमेंटम कितना है p1। दिस इंप्लाई p1 का फॉर्मूला की बनेगा m1 v1। कोई भी चीज जिहड़ी है सेम नहीं। दूजे पासे साडे कोल जिहड़ा है मास दूजी बॉडी का m2 ते दूसरी बॉडी की वेलोसिटी मान लो साडे कोल कितनी है v2, ते जिहड़ा इहदा लीनियर मोमेंटम हैगा साडे कोल वो हैगा p2, ਤੇ P2 ਦਾ ਫਾਰਮੂਲਾ ਕਿੰਨਾ ਬਣੇਗਾ M2 V2। ਇਹ ਸਾਡੇ ਕੋਲ ਦੋ ਬੋਡੀਜ਼ ਨੇ, ਦੋਨਾਂ ਦੇ ਮੋਮੈਂਟਮ ਲਿਖ ਲੈ। ਨਾਓ ਸਪੋਜ਼ ਮੰਨ ਲਓ P1 equal to P2, ਕਹਿਣ ਦਾ ਮਤਲਬ ਦੋ ਬੋਡੀਜ਼ ਨੇ, ਮਾਸ ਵੀ ਨਹੀਂ ਇਕੁਅਲ, ਉਹਨਾਂ ਦੀ ਵੈਲੋਸਿਟੀ ਵੀ ਨਹੀਂ ਇਕੁਅਲ ਹੈਗੀ, ਬਟ
ਉਹਨਾਂ ਦਾ ਜਿਹੜਾ ਮੋਮੈਂਟਮ ਜਿਹੜਾ ਹੈ ਮੰਨ ਲਓ ਇਕੁਅਲ ਹੈ। ਸਪੋਜ਼ P1 equal to P2, this imply M1 V1 equal to M2 V2। ਇਹਦਾ ਮਤਲਬ M1 V1 ਕਿਹਦੇ ਇਕੁਅਲ ਹੋਏਗਾ? M1 V1 equal to M2 V2। ਇਹਨੂੰ ਅਸੀਂ ਫਰਦਰ ਜਿਹੜਾ ਹੈ ਸੋਲਵ ਕਰਦੇ ਹਾਂ। M1 over M2, M2 ਇਹਦੇ ਨੀਚੇ ਆ ਗਿਆ, V1 ਉਹਦੇ ਨੀਚੇ ਲੈ ਜਾਓ, is equal to V2 over V1। ਅਸੀਂ ਕੀ ਕੀਤਾ? ਮਾਸ ਵਾਲੇ ਇੱਕ ਪਾਸੇ ਕਰ ਲਏ, ਵੈਲੋਸਿਟੀ ਵਾਲੇ ਆਪਾਂ ਇੱਕ ਪਾਸੇ ਕਰ ਦਿੱਤੇ, ਕ੍ਰਾਸ ਮਲਟੀਪਲਾਈ ਕਰਕੇ M1 over M2 is equal to V2 over V1। ਕਹਿਣ ਦਾ ਮਤਲਬ ਦੇਖੋ, ਇਧਰ 1 ਉੱਪਰ ਹੈ, ਇਧਰ 1 ਜਿਹੜਾ ਹੈ ਨੀਚੇ, ਇਧਰ ਵੀ ਦੇਖੋ reciprocal। this imply mass is inversely proportional to the velocity। ਕਹਿਣ ਦਾ ਮਤਲਬ ਜੇਕਰ ਦੋ ਬੋਡੀਜ਼ ਦਾ ਮੋਮੈਂਟਮ ਇਕੁਅਲ ਹੈ ਤਾਂ ਜਿਹੜੀ ਬੋਡੀ ਦਾ ਮਾਸ ਜ਼ਿਆਦਾ ਹੋਏਗਾ ਉਹਦੀ ਵੈਲੋਸਿਟੀ ਜਿਹੜੀ ਹੈ ਉਹ ਘੱਟ ਹੋਏਗੀ। ਜੇਕਰ ਦੋ ਬੋਡੀਜ਼ ਦਾ ਮੋਮੈਂਟਮ ਇਕੁਅਲ ਹੈ ਤੇ ਜਿਹੜੀ ਬੋਡੀ ਹੈਵੀ ਹੋਏਗੀ ਉਹਦਾ ਮਾਸ ਜਿਹੜਾ ਹੈ ਉਹ ਘੱਟ ਹੋਏਗਾ। ਜਿਹੜੀ ਬੋਡੀ ਹੈਵੀ ਹੋਏਗੀ ਉਹਦੀ ਜਿਹੜੀ ਵੈਲੋਸਿਟੀ ਜਿਹੜੀ ਹੈ ਉਹ ਘੱਟ ਹੋਏਗੀ। ਆ ਦੇਖੋ ਧਿਆਨ ਨਾਲ, ਮੰਨ ਲਓ ਮੋਮੈਂਟਮ ਮੇਰੇ ਕੋ ਹੈਗਾ 100 ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਮੰਨ ਲਓ ਮੋਮੈਂਟਮ 100 ਹੈ। ਹੁਣ 100 ਕਿਸ ਤਰ੍ਹਾਂ ਬਣਦਾ ਹੈ? 50 ਮਲਟੀਪਲਾਈ ਬਾਈ 2, ਇਹ ਮਾਸ ਤੇ ਆ ਸਾਡੇ ਕੋਲ ਵੈਲੋਸਿਟੀ। ਮਾਸ ਦੇਖੋ 50 ਰੱਖਿਆ, ਵੈਲੋਸਿਟੀ ਮੈਂ 2 ਰੱਖੀ ਤੇ ਮੋਮੈਂਟਮ 100 ਆਏਗਾ ਮਲਟੀਪਲਾਈ ਕਰਕੇ। ਜੇ ਮੈਂ ਮਾਸ ਘਟਾਵਾਂ, ਮਾਸ ਨੂੰ 25 ਕਰਤਾ ਤੇ 100 ਤਾਂ ਆਏਗਾ, ਇਧਰੋਂ ਸਾਨੂੰ 4 ਕਰਨਾ ਪਏਗਾ। ਇਹਦਾ ਮਤਲਬ ਜਿਉਂ-ਜਿਉਂ ਮਾਸ ਘਟੇਗਾ ਵੈਲੋਸਿਟੀ ਸਾਨੂੰ ਵਧਾਣੀ ਪਏਗੀ ਤਾਂ ਮੋਮੈਂਟਮ ਸਾਡਾ ਸੇਮ ਰਹੇਗਾ। ਇਟ ਮੀਨਸ ਇਫ ਟੂ ਬੋਡੀਜ਼ of different mass, different speed have same momentum, then ਜਿਹਦਾ ਮਾਸ ਜ਼ਿਆਦਾ ਹੋਏਗਾ ਉਹਦੀ ਵੈਲੋਸਿਟੀ ਘੱਟ ਹੋਏਗੀ ਤੇ ਜਿਹਦੀ ਵੈਲੋਸਿਟੀ ਜ਼ਿਆਦਾ ਹੋਏਗੀ ਉਹਦਾ ਜਿਹੜਾ ਹੈ ਮਾਸ ਜਿਹੜਾ ਹੈ ਉਹ ਘੱਟ ਹੋਏਗਾ, ਪਰ ਇਹਨਾਂ ਦਾ ਮੋਮੈਂਟਮ ਜਿਹੜਾ ਹੈ ਸੇਮ ਆ ਸਕਦਾ ਹੈ। ਇਹਦਾ ਮਤਲਬ ਟੂ ਬੋਡੀਜ਼ ਦਾ ਮੋਮੈਂਟਮ ਬਿਲਕੁਲ ਸੇਮ ਹੋ ਸਕਦਾ ਹੈ, ਬਟ ਮਗਰ ਜਿਹੜੀ ਸ਼ਰਤ ਕੀ ਹੈ? ਜਿਹਦਾ ਮਾਸ ਜ਼ਿਆਦਾ ਹੋਏਗਾ ਉਹਦੀ ਸਪੀਡ ਘਟਾਣੀ ਪਏਗੀ ਤੇ ਜਿਹੜਾ ਮਾਸ ਘੱਟ ਹੈ ਉਹਦੀ ਤੁਹਾਨੂੰ ਸਪੀਡ ਨੂੰ ਵਧਾਉਣਾ ਪਏਗਾ। ਤੇ ਜੇ ਅਸੀਂ ਗ੍ਰਾਫ ਪਲਾਟ ਕਰਦੇ ਹਾਂ, ਇੱਕ ਪਾਸੇ ਹੁਣ ਵੈਲੋਸਿਟੀ, ਇੱਕ ਪਾਸੇ ਹੁਣ ਮਾਸ, ਤੇ ਗ੍ਰਾਫ ਵਿਲ ਬੀ ਲਾਈਕ ਦਿਸ। ਕਦੋਂ? ਜਦੋਂ P ਕਾਂਸਟੈਂਟ ਹੈ। ਇਹ ਤੀਜਾ ਕੇਸ ਸੀਗਾ ਕਿ ਸਾਡਾ ਮੋਮੈਂਟਮ ਕਾਂਸਟੈਂਟ ਹੈ ਇਕੁਅਲ। ਇਹਦਾ ਮਤਲਬ ਜਿਉਂ-ਜਿਉਂ ਮਾਸ ਵਧੇਗਾ ਵੈਲੋਸਿਟੀ ਸਾਡੀ ਜਿਹੜੀ ਹੈ ਉਹ ਘਟਦੀ ਜਾਏਗੀ, ਫਿਰ ਮੋਮੈਂਟਮ ਤੁਹਾਡਾ ਜਿਹੜਾ ਹੈ ਉਹ ਸੇਮ ਰਹਿ ਸਕਦਾ ਹੈ। ਇਟ ਮੀਨਸ ਟੂ ਕੀਪ ਮੋਮੈਂਟਮ ਕਾਂਸਟੈਂਟ, ਜੇਕਰ ਮਾਸ ਵੱਧਦਾ ਹੈ ਤੇ ਸਾਨੂੰ ਵੈਲੋਸਿਟੀ ਜਿਹੜੀ ਹੈ ਉਹ ਘਟਾਣੀ ਪਏਗੀ, ਤੇ ਜੇ ਮਾਸ ਸਾਡਾ ਘੱਟ ਹੈ ਤੇ ਸਾਨੂੰ ਮੋਮੈਂਟਮ ਨੂੰ ਇੱਕਸਾਰ ਰੱਖਣ ਵਾਸਤੇ ਵੈਲੋਸਿਟੀ ਨੂੰ ਜਿਹੜਾ ਹੈ ਉਹਨੂੰ ਸਾਨੂੰ ਵਧਾਉਣਾ ਪਏਗਾ। ਨਾਓ ਇਹ ਸੀਗਾ ਸਾਡਾ ਮੋਮੈਂਟਮ ਦੇ ਬਾਰੇ ਕਿ ਮੋਮੈਂਟਮ it is the quantity of motion contained in any body। I think ਕਿ ਤੁਹਾਨੂੰ ਜਿਹੜਾ ਅੱਜ ਦਾ ਲੈਕਚਰ ਜਿਹੜਾ ਸੀਗਾ ਮੋਮੈਂਟਮ ਦੇ ਉੱਪਰ ਜਿਹੜਾ ਹੈ ਕਲੀਅਰ ਹੋ ਗਿਆ। ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਨਿਊਟਨਸ ਦੇ ਆਪਾਂ ਲਾਜ਼ ਨੂੰ ਜਿਹੜਾ ਆਪਾਂ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਨਿਊਟਨ ਦਾ ਜਿਹੜਾ ਹੈ ਫਸਟ ਲਾਅ ਨੂੰ ਡਿਸਕਸ ਕਰਨਾ ਹੈ। ਨਿਊਟਨ ਦਾ ਜਿਹੜਾ ਫਸਟ ਲਾਅ ਹੈ, ਇਟ ਇਜ਼ ਆਲਸੋ ਕਾਲਡ law of inertia। ਇਹਨੂੰ ਅਸੀਂ inertia ਦਾ law ਵੀ ਬੋਲਦੇ ਹਾਂ। ਇੱਕ ਇਹਦੇ ਬਾਰੇ ਡਿਸਕਸ ਕਰਨਾ ਹੈ। ਤੇ ਨਿਊਟਨ ਦਾ ਫਸਟ ਲਾਅ ਆਲਸੋ ਗਿਵ ਦਾ ਡੈਫੀਨੇਸ਼ਨ ਆਫ ਫੋਰਸ। ਜਿਹੜੀ ਫੋਰਸ ਦੀ ਡੈਫੀਨੇਸ਼ਨ ਅਸੀਂ ਕੱਲ ਪੜ੍ਹੀ ਸੀ ਉਹ ਨਿਊਟਨ ਦੇ ਫਸਟ ਲਾਅ ਤੋਂ ਵੀ ਅਸੀਂ ਜਿਹੜਾ ਹੈ ਆਪਾਂ ਉੱਥੋਂ ਡਰਾਈਵ ਕਰਾਂਗੇ। ਥੈਂਕ ਯੂ।